ਵੈਲਕਮ ਟੂ ਦਿਸ ਐਪੀਸੋਡ ਆਫ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੁੜ ਤੋਂ ਤੁਹਾਡੀ ਸਾਂਝ ਪਹੁੰਚ ਜਾ ਰਹੇ ਹਾਂ ਗਿਆਨੀ ਸਵਰਨ ਸਿੰਘ ਜੀ ਨਾਲ, ਜਿਹੜੇ ਕਿ ਸਾਡੇ ਨਾਲ ਆ ਕੇ ਸਾਂਝ ਪਾ ਰਹੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਆਨੰਦ ਕਾਰਜ ਦਾ ਜਿਹੜਾ ਕਨਸੈਪਟ ਹੈ ਉਸ ਨੂੰ ਸਮਝਣਾ ਹੈ। ਅੱਜ ਸਮੱਸਿਆ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਕਿ ਆਨੰਦ ਕਾਰਜ ਨੂੰ ਅਸੀਂ ਇੱਕ ਐਜ਼ ਰਿਚੁਅਲ ਮਨਾ ਰਹੇ ਹਾਂ ਅਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕੀ ਗੁਰੂ ਸਾਹਿਬ ਸਾਨੂੰ ਸੰਦੇਸ਼ ਦੇ ਰਹੇ ਨੇ। ਇਸੇ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਹਾਡੇ ਨਾਲ ਸਾਂਝ ਪਾਈ ਜਾ ਸਕੇ ਛੋਟੇ ਪਰਦੇ ਯਾਨੀ ਕਿ ਟੈਲੀਵਿਜ਼ਨ ਦੇ ਉੱਤੇ। ਇਹ ਇੱਕ ਬਹੁਤ ਇੰਪੋਰਟੈਂਟ ਇਸ਼ੂ ਹੈ, ਸਾਡੀ ਫਾਊਂਡੇਸ਼ਨ ਹੈ, ਘਰ ਦੀ ਨੀਂਹ ਹੈ, ਲੇਕਿਨ ਅੱਜ ਇਹ ਨੀਂਹ ਜਿਹੜੀ ਹੈ ਇਹ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸੇ ਕਰਕੇ ਗਿਆਨੀ ਸਵਰਨ ਸਿੰਘ ਜੀ ਇੱਥੇ ਆ ਕੇ ਸਾਡੇ ਨਾਲ ਸਾਂਝ ਪਾਇਆ ਕਰਦੇ ਨੇ ਤੇ ਪਿਛਲੇ ਐਪੀਸੋਡ ਵਿੱਚ ਇਹਨਾਂ ਨੇ ਫਾਊਂਡੇਸ਼ਨ ਜਿਹੜੀ ਉਹ ਲੇ ਕੀਤੀ ਸੀ ਕਿ ਜਦੋਂ ਇੱਕ ਬੱਚੇ ਤੇ ਬੱਚੀ ਦਾ ਵਿਆਹ ਹੋਣਾ ਹੈ, ਸਭ ਤੋਂ ਪਹਿਲਾਂ ਤਾਂ ਉਹ ਬੱਚਿਆਂ ਨੂੰ ਸਰੈਂਡਰ ਕਰਨਾ ਚਾਹੀਦਾ ਆਪਣੇ ਆਪ ਨੂੰ ਉਸ ਅਕਾਲ ਪੁਰਖ ਦੇ ਅੱਗੇ। ਅਤੇ ਜੋ ਸਾਨੂੰ ਸਿੱਖੀ ਵਿੱਚ ਉਪਦੇਸ਼ ਮਿਲਦਾ ਹੈ ਕਿ ਅਸੀਂ ਨਮਸਤਕ ਹੋ ਕੇ ਗੁਰੂ ਦਾ ਜਿਹੜਾ ਸਿਧਾਂਤ ਹੈ ਉਸ ਨੂੰ ਜਦੋਂ ਲਾਗੂ ਕਰਨੇ ਆ ਤਾਂ ਯਕੀਨਨ ਤੌਰ ਉੱਤੇ ਸਾਨੂੰ ਕਾਮਯਾਬੀ ਹੀ ਹੁੰਦੀ ਹੈ। ਆਓ ਇसी ਸਫ਼ਰ ਵਿੱਚ ਮੁੜ ਤੋਂ ਤੁਹਾਨੂੰ ਜੋੜਦੇ ਹਾਂ ਕਿ ਕਿਸ ਤਰੀਕੇ ਨਾਲ ਅਸੀਂ ਆਨੰਦ ਕਾਰਜ ਦਾ ਕਨਸੈਪਟ ਜੋ ਹੈ ਉਸ ਨੂੰ ਸਮਝਣਾ ਹੈ ਤੇ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਾ ਹੈ। ਜੀ ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਗਿਆਨੀ ਜੀ, ਅਸੀਂ ਪਿਛਲੀ ਵਾਰੀ ਗੱਲ ਕਰ ਰਹੇ ਸੀ ਕਿ ਅਰਦਾਸ। ਦੇਖੋ, ਮੈਂ ਕਈ ਵਿਗਿਆਨੀਆਂ ਦੀ ਹਿਸਟਰੀ ਪੜ੍ਹੀ ਆ ਜੀ। ਜਦੋਂ ਉਹ ਕੈਮੀਕਲ ਦੇ ਕਈ ਫਾਰਮੂਲੇ ਲੱਭਦਿਆਂ ਲੱਭਦਿਆਂ ਉਹ ਉਦਾਸ ਹੋ ਗਏ, ਉਹਨਾਂ ਨੂੰ ਕੋਈ ਸਮਝ ਨਹੀਂ ਆਈ, ਜਿਸ ਤਰ੍ਹਾਂ ਕਹ ਲਓ ਆਰਗੈਨਿਕ ਕੈਮਿਸਟਰੀ ਦੇ ਵਿੱਚ, ਹੈ ਨਾ ਜੀ ਜੀ। ਤੇ ਉਹ ਵਿਗਿਆਨੀ ਨੇ ਫਿਰ ਰਾਤ ਨੂੰ ਅਰਦਾਸ ਕਰਕੇ ਤੇ ਸੌਂ ਗਿਆ। ਅਰਦਾਸ ਕਰਕੇ ਰਾਤ ਨੂੰ ਸੁਪਨੇ ਵਿੱਚ ਉਹਨੂੰ ਫਿਰ ਕਾਰਬਨ ਦਾ ਜਾਂ ਬੈਂਜ਼ੀਨ ਦਾ ਜਿਹੜਾ ਫਾਰਮੂਲਾ ਲੱਭਿਆ ਸੱਪ ਦੇ ਕੁੰਡਲਾਂ ਵਾਲਾ, ਤੇ ਉਹਨੇ ਸਵੇਰੇ ਉਸ ਦੇ ਫਾਰਮੂਲੇ ਨੂੰ ਕੰਪਲੀਟ ਕਰ ਲਿਆ ਜੀ। ਇਹਦਾ ਮਤਲਬ ਵਿਗਿਆਨੀ ਲੋਕ ਵੀ ਆਪਣੇ ਤਜਰਬੇ ਨੂੰ ਮੁਕੰਮਲ ਕਰਨ ਲਈ ਅਰਦਾਸ ਕਰਦੇ ਨੇ। ਕਿਹਨੂੰ ਕਰਦੇ ਨੇ? ਅੰਦਰਲੀ ਸ਼ਕਤੀ ਨੂੰ। ਰਾਈਟ। ਅੱਜ ਇਹ ਕਨਸੈਪਟ ਬੜਾ ਜੀ ਮਸ਼ਹੂਰ ਹੈ, ਲੈਟ ਗੋ ਐਂਡ ਲੈਟ ਗੋਡ, ਕਿ ਤੁਸੀਂ ਜਦੋਂ ਸਾਰਾ ਕੁਝ ਕਰ ਚੁੱਕੇ ਹੋ ਯਤਨ ਪਰ ਕੁਝ ਕਾਮਯਾਬੀ ਨਹੀਂ ਮਿਲ ਰਹੀ ਤਾਂ ਜਸਟ ਲੀਵ ਇਟ ਟੂ ਗੋਡ ਐਂਡ ਆਟੋਮੈਟਿਕਲੀ ਯੂ ਵਿਲ ਫਾਈਂਡ ਐਨ ਆਨਸਰ। ਹਾਂਜੀ, ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ, ਸਭੇ ਭੱਜੋ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਸਪਾਰਬਨ ਲੱਗੇ ਨਾ ਤਤੀ ਵਾਓ। ਹੁਣ ਵੇਖਿਆ ਜਾਵੇ, ਡਾਕਟਰ ਵੀ ਕਹਿੰਦੇ ਕਿ ਸਾਡੇ ਹੱਥ ਖੜੇ ਆ, ਹੁਣ ਤੁਸੀਂ ਅਰਦਾਸ ਕਰ ਲਓ ਵੀ ਜੇ ਇਹ ਤੁਹਾਡਾ ਮਰੀਜ਼ ਬਚ ਜਾਵੇ ਤਾਂ। ਇਹਦਾ ਮਤਲਬ ਕਈ ਬਚਦੇ ਆ। ਹੁਣ ਇਹਦੇ ਵਿੱਚ ਅਸੀਂ ਅਰਦਾਸ ਜਿਹੜੀ ਕਰਦੀ, ਇਹ ਵੀ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਮਸਲਾ ਆ। ਜੇ ਤੁਹਾਡਾ ਕਿਤੇ ਜੋੜ ਗਲਤ ਹੋ ਗਿਆ, ਚੁਆਇਸ ਤੁਹਾਡੀ ਗਲਤ ਹੋ ਗਈ, ਤਾਂ ਤੁਸੀਂ ਸਾਰੀ ਉਮਰ ਪਛਤਾਓਗੇ। ਔਰ ਇਹ ਵਿਆਹ ਕੋਈ ਐਸਾ ਨਹੀਂ ਕਿ ਤੁਸੀਂ ਇਹਨੂੰ ਜੋੜ ਲਓ ਤਾਂ ਤੋੜ ਲਓ, ਜੋੜ ਲਓ ਤਾਂ ਤੋੜ ਲਓ। ਇਹ ਤਾਂ ਬੜੀਆਂ ਗੁੰਝਲਾਂ ਫਿਰ ਵਰ ਜਾਂਦੀਆਂ ਜੇ ਤੁਸੀਂ ਜੋੜ ਤੋੜ ਚ ਪੈ ਜਾਂਦੇ। ਬਿਲਕੁਲ ਜੀ, ਹੋਲ ਲਾਈਫ ਕਮਿਟਮੈਂਟ ਹੈਗੀ ਜੀ ਜੀ। ਹੁਣ ਇਹਦੇ ਵਿੱਚ ਜਦੋਂ ਅਰਦਾਸ ਕਰਦੇ ਆ, ਤੁਹਾਡੀ ਚੇਤਨਤਾ ਵਿੱਚ ਦੇਰੀ, ਨਿਰਾਸ਼ਾ ਆਦਿ ਦੀ ਕੋਈ ਜਗ੍ਹਾ ਨਹੀਂ ਫਿਰ। ਠੀਕ, ਓਕੇ, ਨਾ ਹੋਣੀ ਚਾਹੀਦੀ ਆ। ਜੇਕਰ ਉਹ ਕਦੇ ਵੀ ਪ੍ਰਗਟ ਹੋਣ ਤਾਂ ਉਹਨਾਂ ਨੂੰ ਝੂਠੀਆਂ ਜਾਂ ਭਰਮਿਤ ਮੰਨ ਕੇ, ਇਲੂਜਨ ਮੰਨ ਕੇ ਠੁਕਰਾ ਦਿਓ ਕਿ ਉਹ ਲਾਜ਼ਮੀ ਤੌਰ ਦੇ ਉੱਤੇ ਅਲੋਪ ਹੋ ਜਾਣਗੀਆਂ। ਉਹਨਾਂ ਨੂੰ ਕਦੇ ਵੀ ਵਾਸਤਵ ਵਿੱਚ ਮੰਨ ਕੇ ਸਵੀਕਾਰ ਨਾ ਕਰੋ। ਨੈਗੇਟਿਵ ਥਿੰਗਸ ਨੂੰ ਕਦੀ ਸਵੀਕਾਰ ਨਾ ਕਰੋ। ਤੁਸੀਂ ਸਮਝੋ ਕਿ ਮੇਰੀ ਗੱਲ ਪੂਰੀ ਹੋ ਰਹੀ ਹੈ। ਠੀਕ। ਔਰ ਇਹਦੇ ਵਿੱਚ ਜੇਕਰ ਤੁਲਨਾਤਮਕ ਰੂਪ ਵਿੱਚ ਤੁਹਾਡੀ ਚੇਤਨਤਾ, ਕੌਨਸ਼ੀਅਸਨੈਸ ਉਸ ਰੱਬ ਦੇ ਪਿਆਰ ਨਾਲ ਭਰ ਜਾਂਦੀ ਹੈ ਤਾਂ ਤੁਸੀਂ ਆਪਣਾ ਟੀਚਾ ਸਮਝ ਲਓ ਪ੍ਰਾਪਤ ਕਰ ਲਵੋਗੇ। ਅੱਛਾ, ਉਸ ਤੋਂ ਬਾਅਦ ਇੱਕ ਦੇਖੋ ਹੋਰ, ਤੁਸੀਂ ਸੱਚੇ ਰਾਹ ਤੇ ਹੋ, ਰੱਬ ਦੇ ਰਾਹ ਦੇ ਉੱਤੇ। ਇਸ ਨੂੰ ਜ਼ਾਹਰ ਕਰਨ ਲਈ ਰੋਜ਼ਾਨਾ ਦੀ ਸੰਤੁਸ਼ਟੀ ਅਤੇ ਮਨ ਦੀ ਸ਼ਾਂਤੀ, ਇਹ ਦੋ ਮੁੱਢਲੇ ਪ੍ਰਤੀਕ ਨੇ। ਬਿਲਕੁਲ। ਓਕੇ, ਇੱਕ ਵਿਦਿਆਰਥੀ ਤੋਂ ਮਦਦ ਲੈ ਲਓ ਜਾਂ ਇੱਕ ਸਮਰਪਿਤ ਸਿੱਖ ਪਾਸੋਂ ਵੀ ਤੁਸੀਂ ਆਸ਼ੀਰਵਾਦ ਜਾਂ ਅਰਦਾਸ ਕਰਾ ਲਓ। ਠੀਕ। ਇਹ ਤੁਹਾਡੇ ਵਿਵਾਹਿਤ ਜੀਵਨ ਵਿੱਚ ਲਾਈਫ ਲਈ ਬਿਲਕੁਲ ਮਦਦਗਾਰ ਹੋ ਸਕਦੀ ਕਿਸੇ ਗੁਰਮੁਖ ਦੀ ਅਰਦਾਸ ਕੀਤੀ ਹੋਈ ਵੀ। ਹੁਣ ਵੇਖੋ ਰੱਬ ਕੀ ਆ। ਵਾਹਿਗੁਰੂ ਇਸ ਬ੍ਰਹਮੰਡ ਨੂੰ ਪੂਰਨਤਾ ਦੇ ਨਾਲ ਚਲਾ ਰਿਹਾ। ਬਿਲਕੁਲ। ਪਹਿਲੀ ਤਾਂ ਗੱਲ ਹੈ, ਸਾਰਾ ਬ੍ਰਹਮੰਡ ਦੇਖੋ ਮਰਜ਼ਾਦਾ ਨਾਲ ਚੱਲ ਰਿਹਾ। ਆਕਾਸ਼, ਤਾਰੇ, ਸਿਤਾਰੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਗੈਲੈਕਸੀਜ਼ ਤੇ ਮਿਲਕੀ ਵੇਵਜ਼। ਹੁਣ ਜਿੰਨੇ ਸਿਤਾਰੇ ਦੇਖੋ, ਜਿਹੜੀ ਵਿਚਕਾਰ ਦੇ ਵਿੱਚ ਉਹਨਾਂ ਨੇ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਇੱਕ ਕੁਦਰਤ ਨੇ ਪੈਦਾ ਕੀਤੀ ਆ, ਜਿਹੜੀ ਅੱਜ ਤੱਕ ਸਾਇੰਸਦਾਨਾਂ ਨੇ ਵੇਖੀ ਨਹੀਂ। ਠੀਕ। ਲੇਕਿਨ ਉਹਦੇ ਆਸਰੇ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਚੱਲ ਰਹੀ ਹੈ। ਹੁਣ ਇਹ ਦੇਖਣਾ ਕਿ ਜਿਹੜਾ ਅਕਾਲ ਪੁਰਖ ਇੰਨੀ ਸ੍ਰਿਸ਼ਟੀ ਨੂੰ ਚਲਾ ਰਿਹਾ ਔਰ ਇੰਨੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਨੂੰ ਸਾਂਭੀ ਬੈਠਾ, ਅੱਗ ਨੂੰ ਸਾਂਭੀ ਬੈਠਾ, ਪਾਣੀ ਨੂੰ ਸਾਂਭੀ ਬੈਠਾ, ਧਰਤੀ ਨੂੰ ਸਾਂਭੀ ਬੈਠਾ, ਹਵਾ ਨੂੰ ਸਾਂਭੀ ਬੈਠਾ, ਉਹ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਵੀ ਸਾਂਭਿਆ। ਰਿਮੋਟ ਕੰਟਰੋਲ ਉਹਦੇ ਕੋਲ ਹੀ ਹੈ ਨਾ, ਤੇਰੀ ਜੋਤ ਜਿਹੜੀ ਉਹਦੇ ਕੋਲ ਆ। ਤੇ ਸਮਝ ਲੈ ਕਿ ਉਹ ਰੱਬ ਜਿਹੜਾ
ਬਾਬੇ ਨਾਨਕ ਨੇ ਦੱਸਿਆ ਉਹ ਹੈ ਬ੍ਰਹਮੰਡ ਨੂੰ ਪੂਰਨਤਾ ਦੇ ਨਾਲ ਚਲਾ ਰਿਹਾ, ਉਹਦੀ ਮਰਜ਼ਾਦਾ ਚੱਲ ਰਹੀ ਹੈ। ਇਹ ਸਿਰਫ ਮਾਇਆ ਜਾਂ ਬੁਰਾਈ ਦੀ ਧੁੰਦ ਹੈ ਜੋ ਸਾਨੂੰ ਘੇਰ ਲੈਂਦੀ ਹੈ। ਉਹ ਇਸ ਪੂਰਨਤਾ ਨੂੰ ਕੁਝ ਰੂਪਾਂਤਰਕ ਰੂਪ ਜਾਂ ਅਪੂਰਨ ਰੂਪ ਵਿੱਚ ਵੇਖਣ ਦੀ ਆਗਿਆ ਨਹੀਂ ਦਿੰਦਾ, ਕਿਉਂਕਿ ਸਾਡੇ ਅਗਿਆਨਤਾ ਕਹਿ ਲੋ, ਜਿਤਨੀ ਮਨੁੱਖ ਅਗਿਆਨਤਾ ਵਿੱਚ ਫਸਿਆ ਨਾ ਉਹ ਉਨੀਆਂ ਗਲਤੀਆਂ ਕਰਦਾ। ਔਰ ਵਿਆਹਾਂ ਵਿੱਚ ਵੀ ਅਗਿਆਨਤਾ ਬਹੁਤ ਆ ਗਈ ਆ। ਹੁਣ ਦੇਖੋ ਉਸ ਰੱਬ ਦੇ ਵਾਸਤਵਿਕ ਸੰਪੂਰਨ ਬ੍ਰਹਮੰਡ ਵਿੱਚ ਤੁਹਾਡੀ ਰਚਨਾ ਹਰੇਕ ਪੱਖੋਂ ਪੂਰਨ ਰੂਪ ਵਿੱਚ ਕੀਤੀ ਜਾਂਦੀ ਹੈ। ਹੁਣ ਦੇਖੋ ਭਾਈ ਹਰਪੀਰ ਸਿੰਘ ਜੀ, ਸਮੁੰਦਰ ਦਾ ਪਾਣੀ ਤੇ ਬੂੰਦ ਇੱਕੋ ਹੀ ਹੈ, ਕੋਈ ਫਰਕ ਨਹੀਂ। ਬਿਲਕੁਲ ਉਹਦੇ ਵਿੱਚ ਵੀ ਉਹੀ ਪ੍ਰਾਪਰਟੀ ਆ, ਬੂੰਦ ਵਿੱਚ ਵੀ ਉਹੀ। ਸੂਰਜ ਤੇ ਸੂਰਜ ਦੀ ਕਿਰਨ ਵਿੱਚ ਕੋਈ ਫਰਕ ਨਹੀਂ। ਸਿਰਫ ਇੰਨਾ ਹੀ ਫਰਕ ਆ ਕਿ ਬੂੰਦ ਜਿਹੜੀ ਸਮੁੰਦਰ ਤੋਂ ਬਗੈਰ ਨਹੀਂ ਹੋ ਸਕਦੀ, ਪਰ ਸਮੁੰਦਰ ਬੂੰਦ ਤੋਂ ਬਗੈਰ ਹੋ ਸਕਦਾ ਹੈ। ਲੇਕਿਨ ਜਿਹੜੀਆਂ ਕੁਆਲਿਟੀਜ਼ ਹੈਗੀਆਂ ਉਹ ਬੂੰਦ ਵਿੱਚ ਵੀ ਹੋਈ ਆ। ਅਸੀਂ ਜੇ ਰੱਬ ਦੀ ਬੂੰਦ ਹਾਂ, ਪਾਰਟ ਆਫ ਗॉड, ਕਿਉਂਕਿ ਜਦੋਂ ਗੁਰੂ ਨਾਨਕ ਨੇ ਇੱਕ ਲਿਖਿਆ ਨਾ, ਨਾਲ ਓਂਕਾਰ ਲਿਖ ਦਿੱਤਾ। ਓਂਕਾਰ ਹੈਗਾ ਐਕਸਪੈਂਸ਼ਨ, ਐਂਡ ਵੀ ਆਰ ਦਾ ਪਾਰਟ ਆਫ ਦੈਟ ਐਕਸਪੈਂਸ਼ਨ, ਵੈਰੀ ਸਮਾਲ ਪਾਰਟ ਆਫ ਦੈਟ ਐਕਸਪੈਂਸ਼ਨ, ਬਟ ਵੀ ਆਰ ਇਨਸੈਪਰੇਬਲ। ਹੁਣ ਰੱਬ ਜਿਹੜਾ ਇਹ ਆ ਬਾਬੇ ਨਾਨਕ ਦਾ, ਤੇ ਰੱਬ ਕਹਿੰਦਾ, ਬਾਬਾ ਨਾਨਕ ਕਹਿੰਦਾ ਕਿ ਤੇਰੇ ਦੇ ਵਿੱਚ ਤੇ ਰੱਬ ਵਿੱਚ ਸਿਰਫ ਇੰਨਾ ਕੀ ਫਰਕ ਵਾ ਕਿ ਰੱਬ ਤੈਨੂੰ ਬਣਾ ਸਕਦਾ, ਪਰ ਤੂੰ ਰੱਬ ਨੂੰ ਨਹੀਂ ਬਣਾ ਸਕਦਾ। ਇਸ ਕਰਕੇ ਇਹ ਜਿਹੜੀ ਮੈਂ ਆਹ ਗੱਲ ਲਿਖੀ ਸੀ ਨਾ, ਇਹ ਬੱਚਿਆਂ ਦੇ ਬੜੀ ਸਮਝ ਆਈ ਔਰ ਬੱਚਿਆਂ ਨੇ ਬੜੀ ਡੂੰਘਾਈ ਨਾਲ ਇਹ ਗੱਲ ਸੋਚੀ। ਕਹਿੰਦੇ ਨੇ ਕਿ ਉਸ ਪ੍ਰਭੂ ਦੇ ਵਾਸਤਵਿਕ ਸੰਪੂਰਨ ਬ੍ਰਹਮੰਡ ਵਿੱਚ ਤੁਹਾਡੀ ਰਚਨਾ ਹਰੇਕ ਪੱਖੋਂ ਪੂਰਨ ਰੂਪ ਵਿੱਚ ਕੀਤੀ ਜਾਂਦੀ ਹੈ। ਜੋ ਰੱਬ 'ਚ ਗੁਣ ਨੇ, ਤੇਰੇ ਵਿੱਚ ਵੀ ਗੁਣ ਨੇ। ਜੇ ਉਹ ਨਿਰਭਉ ਹੈ ਤਾਂ ਤੂੰ ਵੀ ਨਿਰਭਉ ਹੈ। ਖੈਰ ਇਹ ਫਿਰ ਕਿਸੇ ਦਿਨ ਫਿਰ ਕਰਾਂਗੇ ਗੱਲ। ਜਿਸ ਪਤੀ ਪਤਨੀ ਦੀ ਤੁਸੀਂ ਭਾਲ ਕਰ ਰਹੇ ਹੋ, ਉਹਦੀ ਉੱਥੇ ਪਹਿਲਾਂ ਹੀ ਵਿਵਸਥਾ ਹੈ ਜੋ ਕਿ ਸਭ ਤੋਂ ਵੱਧ ਮੁਆਫਕ ਅਤੇ ਉਚਿਤ ਹੈ। ਤੁਸੀਂ ਤੇ ਤੁਹਾਡੇ ਪਤੀ ਪਤਨੀ ਇਹਨਾਂ ਵਿੱਚੋਂ ਇੱਕ ਤੁਸੀਂ ਦੋਨੇ ਇੱਕੋ ਹੀ ਹੋ, ਕਿਉਂਕਿ ਉਹ ਵੀ ਜੋਤ ਹੈ, ਤੁਸੀਂ ਵੀ ਜੋਤ ਹੈ। ਇੱਕ ਜੋਤ ਦੋ ਮੂਰਤੀ ਕਹਿੰਦੇ ਆਪਾਂ। ਹੁਣ ਅਸੀਂ ਦੇਖਣਾ ਜਿਨ੍ਹਾਂ ਨੂੰ ਇੱਕ ਅਮੁੱਖ ਪ੍ਰਵਾਹ ਕੰਟੀਨਿਊਸਲੀ ਫਲੱਡ ਨਾਲ ਜੀਵਨ ਦੀਆਂ ਲੋੜੀਂਦੀਆਂ ਵਸਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਆਲਰੇਡੀ ਤੇਰਾ ਪ੍ਰੋਗਰਾਮ ਬਣ ਗਿਆ, ਤੈਨੂੰ ਯੂ ਆਰ ਵਿਦ ਦੈਟ ਖਜ਼ਾਨਾ। ਓਕੇ, ਫਿਰ ਕਹਿੰਦੇ ਵੇਖੋ ਕਿ ਰੱਬ ਦਾ ਜਲਾਓ ਤੁਹਾਡੇ ਆਲੇ ਦੁਆਲੇ ਹੈ, ਅਤੇ ਮਾਇਆ ਜਾਂ ਬੁਰਾਈ ਦੀ ਧੁੰਦ ਦੂਰ ਹੋ ਗਈ ਅਤੇ ਤੁਸੀਂ ਸੱਚਖੰਡ ਵਿੱਚ ਚਲੇ ਗਏ। ਇਹਨੂੰ ਸੱਚਖੰਡ ਕਹਿੰਦੇ ਨੇ। ਹੁਣ ਇਸ ਤੋਂ ਅੱਗੇ ਇਸ ਪੂਰਨਤਾ ਨੂੰ ਨਿਰੰਤਰ ਤੌਰ ਤੇ ਆਪਣੇ ਮਨ ਵਿੱਚ ਅਤੇ ਆਪਣੇ ਸਾਹਮਣੇ ਰੱਖ ਕੇ ਤੁਸੀਂ ਆਪਣੀ ਜੀਵਨ ਯਾਤਰਾ ਵਿੱਚ ਆਪਣੇ ਉਚਿਤ ਪਤੀ ਪਤਨੀ ਦਾ ਅਸਲ ਰੂਪ ਵੇਖਣ ਤੋਂ ਪਹਿਲਾਂ ਇਸ ਤਸਵੀਰ ਨੂੰ ਆਪਣੇ ਸਾਹਮਣੇ ਪ੍ਰਗਟ ਹੁੰਦਾ ਵੇਖੋਗੇ। ਔਰ ਫਿਰ ਹੁਣ ਮਨੁੱਖੀ ਜੀਵਨ ਜਿਹੜਾ ਹੈ, ਇਹ ਬੰਦੇ ਹਰ ਇੱਕ ਨੂੰ ਸਮਝਣਾ ਚਾਹੀਦਾ। ਜਦੋਂ ਅਸੀਂ ਬੱਚੇ ਸੀ ਨਾ, ਤੇ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ ਪੜ੍ਹਦੇ ਸੀ, ਅਸੀਂ ਕਹਿੰਦੇ ਉਹ ਸਾਡੇ ਬਾਬੇ ਲਈ ਆ, ਮੇਰੇ ਲਈ ਨਹੀਂ ਹੈਗਾ। ਪਰ ਅੱਜ ਪਤਾ ਲੱਗ ਗਿਆ ਵੀ ਮੇਰੇ ਲਈ ਵੀ ਹੈਗਾ। ਸੋ ਇਹ ਪਤਾ ਹੋਣਾ ਚਾਹੀਦਾ ਬੱਚੇ ਨੂੰ ਕਿ ਅੱਜ ਮੈਂ ਜੇ ਬਚਪਨਾ ਹੈ ਤੇ ਮੇਰੀ ਜਵਾਨੀ ਹੈ। ਵੇਖੋ ਇੱਕ ਹੋਰ ਗੱਲ ਸੋਚਣ ਵਾਲੀ ਆ ਕਿ ਜਦੋਂ ਮੈਂ 12 ਸਾਲ ਤੋਂ ਉੱਪਰ ਟੱਪਦਾ, ਮੇਰੀਆਂ ਅੱਖਾਂ ਚਮਕਣ ਲੱਗ ਪੈਂਦੀਆਂ, ਮੇਰੀ ਸਕਿਨ ਵੀ ਚਮਕਣ ਲੱਗ ਪੈਂਦੀ ਆ, ਮੇਰੇ ਵਾਲ ਵੀ ਚਮਕਣ ਲੱਗ ਪੈਂਦੇ, ਮੇਰੇ ਡੌਲੇ ਵੀ ਚਮਕਣ ਲੱਗ ਪੈਂਦੇ ਆ, ਮੇਰੇ ਸਰੀਰ ਦਾ ਹਰ ਅੰਗ ਇਸ ਤਰ੍ਹਾਂ ਉਹ ਵੱਧਦਾ ਫੁੱਲਦਾ ਸੋਹਣਾ, ਮਤਲਬ ਟੋਟਲ ਬਿਊਟੀ ਜਿਹੜੀ ਹੈ ਨਾ, ਉਹ ਪ੍ਰਗਟ ਹੁੰਦੀ ਹੈ। 13ਵੇਂ ਸਾਲ ਵਿੱਚ ਉਗਣੀ ਸ਼ੁਰੂ ਹੁੰਦੀ ਆ ਔਰ ਉਹ ਤਕਰੀਬਨ 25 ਸਾਲ ਤੱਕ ਉਗਦੀ ਰਹਿੰਦੀ ਹੈ। ਲੇਕਿਨ ਉਸ ਤੋਂ ਬਾਅਦ ਫਿਰ ਸੂਰਜ ਢਲਣਾ ਸ਼ੁਰੂ ਹੋ ਜਾਂਦਾ। ਜੇ ਤੁਸੀਂ ਅੱਜ ਦੇ ਮੁੰਡੇ ਕੁੜੀ ਨੂੰ 30-35 ਸਾਲਾਂ ਦੇ ਨੂੰ ਵੇਖੋਗੇ ਤਾਂ ਉਹਦੇ ਸਕਿਨ ਦੇ ਉੱਤੇ ਉਹ ਚਮਕ ਦਮਕ ਨਹੀਂ ਹੋਏਗੀ। ਸੋ ਇਸ ਕਰਕੇ ਜਿਹੜੀ ਜਵਾਨੀ ਹੈ, ਇਹਦੇ ਵਿੱਚ ਅਸੀਂ ਰੱਬ ਨੇ ਜਿਹੜੀ ਸਾਨੂੰ ਬਖਸ਼ੀ ਹੈ, ਸੋਚਣਾ ਚਾਹੀਦਾ ਇਟਸ ਆਲਸੋ ਅ ਗਿਫਟ। ਔਰ ਫਿਰ ਦੇਖੋ ਬੁਢਾਪਾ ਉਸ ਤੋਂ ਬਾਅਦ ਆਉਣਾ ਹੀ ਆਉਣਾ। ਹੁਣ ਮਨੁੱਖੀ ਜੀਵਨ 3 ਭਾਗਾਂ 'ਚ ਵੰਡਿਆ, ਜਿਸ ਤਰ੍ਹਾਂ ਮੈਂ ਦੱਸਿਆ ਹੈਗਾ। ਪਰ ਵੇਖਣ ਵਾਲੀ ਗੱਲ ਹੈ ਕਿ ਇਹਨਾਂ ਵਿੱਚੋਂ ਸਭ ਤੋਂ ਵੱਡਾ ਖਤਰਨਾਕ ਕਿਹੜੀ ਸਟੇਜ ਹੈ? ਉਹ ਹੈ ਜਵਾਨੀ। ਬਿਲਕੁਲ। ਹੁਣ ਜਵਾਨੀ ਦਾ ਮੁਕਾਬਲਾ ਕਰਨ ਲਈ ਤੁਹਾਨੂੰ ਬਚਪਨ 'ਚ ਰੈਡੀ ਹੋਣਾ ਚਾਹੀਦਾ। ਇਹ ਨਹੀਂ ਹੈਗਾ ਪਿਆ ਹੁਣ ਬੁੱਢੇ ਬਾਰੇ ਰੱਬ ਦਾ ਨਾਮ ਜਪ ਲਵਾਂਗੇ। ਹੋ ਜਵਾਨੀ ਵਿੱਚ 5 ਜਿਹੜੀਆਂ ਸਾਡੀਆਂ ਇੱਛਾਵਾਂ ਹੈਗੀਆਂ, ਡਿਜ਼ਾਇਰਸ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਡੀਆਂ ਤ੍ਰਿਸ਼ਨਾਵਾਂ ਜਿਹੜੀਆਂ ਪ੍ਰਬਲ ਹੁੰਦੀਆਂ, ਬਹੁਤ ਹੜ ਵਗਦਾ। ਔਰ ਇਹ ਸੈਲਫ ਕੰਟਰੋਲ ਤੋਂ ਬਗੈਰ ਸਾਨੂੰ ਸੈਲਫ ਕੰਟਰੋਲ ਕਰਨ ਲਈ ਤਿਆਰ ਰਹਿਣਾ ਚਾਹੀਦਾ। ਤੁਹਾਨੂੰ ਇਹ ਤਕਨੀਕ ਆਪਣੇ ਧਰਮ ਰਾਹੀਂ ਮਿਲਦੀ ਹੈ। ਧਰਮ ਇੱਕ ਮੰਜ਼ਿਲ ਨਹੀਂ, ਫਿਰ ਵੀ ਇੱਕ ਮੈਂ ਦੱਸ ਦਵਾਂ, ਧਰਮ ਇੱਕ ਮੰਜ਼ਿਲ ਨਹੀਂ ਹੁੰਦੀ, ਪਰੰਤੂ ਇਹ ਤੁਹਾਡੇ ਮਨ ਉੱਤੇ ਸਵੈ ਨਿਯੰਤਰਣ ਰੱਖਣ ਦਾ ਇੱਕ ਜੀਵਨ ਢੰਗ
ਹੁੰਦਾ ਹੈ। ਬਹੁਤ ਖੂਬ ਜੀ, ਬਿਲਕੁਲ ਸਹੀ ਫਰਮਾਇਆ। ਸੋ ਆਪਾਂ ਦੇਖਣਾ ਕਿ ਅਕਾਲ ਪੁਰਖ ਨੇ ਸਾਨੂੰ ਸਰੀਰ ਦਿੱਤਾ ਹੈ, ਮਨ ਦਿੱਤਾ ਹੈ, ਆਤਮਾ ਦਿੱਤੀ, ਜੀਵਨ ਦਿੱਤਾ ਹੈ। ਹੁਣ ਇਹਦੇ ਨਾਲ ਸਾਨੂੰ ਬਗੈਰ ਵਿਤਕਰੇ ਤੋਂ ਦਿੱਤਾ ਹਰ ਮਨੁੱਖ ਨੂੰ। ਇਹ ਨਹੀਂ ਕਿ ਸਿੱਖ ਨੂੰ ਦਿੱਤਾ, ਮੁਸਲਮਾਨ ਨੂੰ ਦਿੱਤਾ, ਹਰ ਇੱਕ ਨੂੰ ਇਹ ਜੰਮਣ ਵੇਲੇ ਚਾਰ ਗਿਫਟ ਦਿੱਤੇ ਨੇ ਜੋ ਕਿ ਇੰਨੇ ਕੀਮਤੀ ਨੇ। ਮੈਂ ਫਿਰ ਅਰਜ਼ ਕਰਨ ਲੱਗਾ, ਇੰਨੇ ਕੀਮਤੀ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਦੀ ਕਿਤੋਂ ਹੋਰ ਕਿਸੇ ਕੀਮਤ ਤੇ ਵੀ ਪ੍ਰਾਪਤ ਇਹਨਾਂ ਚ ਕੁਝ ਨਹੀਂ ਕਰ ਸਕਦੇ। ਇਹ ਚੀਜ਼ਾਂ ਇੱਕ ਸੀਮਿਤ ਸਮੇਂ ਲਈ ਮਿਲੀਆਂ, ਇਹ ਵੀ ਗੱਲ ਹੈਗੀ ਆ। ਤੇ ਮਨੁੱਖੀ ਰੂਪ ਵਿੱਚ ਇਹ ਸਾਡੇ ਪਾਸ ਆਖਰੀ ਮੌਕਾ ਹੈ, ਦਾ ਲਾਸਟ ਚਾਂਸ। ਹੁਣ ਇਹ ਸਾਨੂੰ ਇਹਨਾਂ ਰੱਬੀ ਤੋਹਫਿਆਂ ਦਾ ਉਚਿਤ ਰੂਪ ਵਿੱਚ ਉਪਯੋਗ ਕਰਨ ਲਈ ਬਹੁਤ ਚੁਕੰਨਾ ਹੋਣਾ ਚਾਹੀਦਾ ਹੈ। ਠੀਕ, ਵੀ ਸ਼ੁੱਡ ਬੀ ਅਵੇਅਰ। ਓਕੇ, ਤੁਹਾਨੂੰ ਇਹ ਗਿਆਨ ਸਿਰਫ ਆਪਣੇ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਾਪਤ ਹੋ ਸਕਦਾ ਹੈ ਕਿ ਵਾਟ ਦ ਵੈਲਿਊ ਆਫ ਮਾਈਂਡ, ਵਾਟ ਦ ਵੈਲਿਊ ਆਫ ਬਾਡੀ, ਵਾਟ ਦ ਵੈਲਿਊ ਆਫ ਸੋਲ। ਸੋ ਇਹ ਅਜਿਹੇ ਪ੍ਰਸ਼ਨ ਹਨ ਜਿਨ੍ਹਾਂ ਦਾ ਉੱਤਰ ਅਸੀਂ ਆਪਣੇ ਮਹਾਨ ਗੁਰੂਆਂ, ਸੰਤਾਂ ਤੇ ਮਹਾਂਪੁਰਖਾਂ ਕੋਲੋਂ ਹੀ ਪ੍ਰਾਪਤ ਕਰ ਸਕਦੇ, ਜਿਨ੍ਹਾਂ ਨੇ ਤਜਰਬਾ ਕਰਕੇ ਸਾਨੂੰ ਦੱਸਿਆ ਹੈ। ਹੁਣ ਜਿਹੜੀ ਵਿਆਹ ਦੀ ਪਰਿਭਾਸ਼ਾ ਹੈ, ਇਹ ਆਪਣੇ ਉੱਤੇ ਨਿਯੰਤਰਣ ਰੱਖਣਾ ਹੈ। ਠੀਕ, ਦੇਖੋ, ਆਤਮਿਕ ਤੌਰ ਤੇ ਸੰਸਾਰਕ ਜੀਵਨ ਬਤੀਤ ਕਰਨ ਬਾਰੇ ਸਿੱਖਿਆ ਪ੍ਰਾਪਤ ਕਰਨਾ ਹੈ। ਔਰ ਫਿਰ ਜੇਕਰ ਪਰਿਵਾਰਕ ਜੀਵਨ ਨਿਸ਼ਚਿੰਤ ਸਿਧਾਂਤਾਂ ਦੁਆਰਾ ਬਤੀਤ ਕੀਤਾ ਜਾਵੇ ਤਾਂ ਤੁਸੀਂ ਸਾਰੀਆਂ ਸਮੱਸਿਆ ਨਾਲ ਜੂਝਦੇ ਹੋਏ, ਮੈਂ ਫਿਰ ਆਖਾਂਗਾ ਸਮੱਸਿਆ ਦੇ ਨਾਲ ਜੂਝਦੇ ਹੋਏ ਆਪਣੇ ਜੀਵਨ ਵਿੱਚ 100% ਸਫਲ ਹੋ ਸਕਦੇ ਹੋ। ਸੋ ਅਸੀਂ ਦੇਖਣਾ ਹੈਗਾ ਕਿ ਇਹਨਾਂ ਤ੍ਰਿਸ਼ਨਾਵਾਂ ਵਿੱਚੋਂ ਜਿਹੜੀ ਕਾਮ ਦੀ ਇੱਕ ਸ਼ਕਤੀ ਹੈ, ਵੀ ਹੈਵ ਟੂ ਡਿਸਕਸ ਔਨ ਦੈਟ। ਹੁਣ ਕਾਮ ਦੀ ਸ਼ਕਤੀ ਦਾ ਅਸੀਂ ਬੱਚਿਆਂ ਨੂੰ ਵਿਆਹ ਤੋਂ ਪਹਿਲਾਂ ਕਦੀ ਨਹੀਂ ਦੱਸਦੇ। ਠੀਕ, ਇੱਕ ਟੈਬੂ ਹੈਗਾ। ਹਾਂ, ਅਸੀਂ ਦੱਸਦੇ ਨਹੀਂ, ਨਾ ਮੌਤ ਦੇ ਬਾਰੇ ਗੱਲ ਕਰਦੇ ਆ, ਨਾ ਅਸੀਂ ਵਿਆਹ ਤੋਂ ਪਹਿਲਾਂ ਜਿਹੜੇ ਆਉਣ ਵਾਲੀਆਂ ਸਮੱਸਿਆ ਉਹਦੇ ਬਾਰੇ ਅਸੀਂ ਵਿਚਾਰ ਕਰਦੇ ਆ। ਠੀਕ, ਲੇਕਿਨ ਗੁਰੂ ਗ੍ਰੰਥ ਸਾਹਿਬ ਵਿੱਚ ਕਾਮ ਦੇ ਬਾਰੇ ਟੌਪ ਤੇ ਹਰ ਥਾਂ ਆਉਂਦਾ। ਇਹਦੇ ਬਾਰੇ ਅਸੀਂ ਵਿਸਥਾਰ ਵਿੱਚ ਗੱਲਬਾਤ ਕਰਨੇ, ਲੈ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਇਹ ਜਿਹੜਾ ਕਾਮ ਸ਼ਕਤੀ ਜਿਹੜੀ ਹੈਗੀ ਹੈ ਇਸ ਦਾ ਕਿਵੇਂ ਸਹੀ ਉਪਯੋਗ ਕਰਨਾ, ਇਹਦੇ ਬਾਰੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ ਇਸ ਦੇ ਬਾਰੇ ਕਰਨੇ ਗੱਲ ਇਸ ਬ੍ਰੇਕ ਤੋਂ ਬਾਅਦ।